ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ जी। मैं रमनदीप सिंह एक बार फिर हाजिर हाँ तुहाडे अपने चैनल रमन इंस्टीट्यूट ते। सो स्वागत करदा जी सारिਆਂ ਦਾ एक बार तो फिर इस चैनल उत्ते। सो वीडियो शुरू करने तो पहला रिक्वेस्ट है कि ਜਿਹੜੇ विद्यार्थी चैनल ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਉੱਤੇ ਪੀਐਸ ਟੈਟ, ਸੀ ਟੈਟ ਤੇ ਮਾਸਟਰ ਕੈਟ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇ ਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਨੈਕਸਟ ਪਾਰਟ ਡਿਸਕਸ ਕਰਾਂਗੇ ਜੀ ਲੋਕੇਸ਼ਨ ਐਂਡ ਸਾਈਜ਼ ਦੇ ਨਾਲ ਰਿਲੇਟਡ। ਪਾਰਟ ਨੰਬਰ 3 ਰਹੇਗਾ ਜਿਸ ਦੇ ਵਿੱਚ 20 MCQ ਆਪਾਂ ਡਿਸਕਸ ਕਰਾਂਗੇ। ਸੋ ਇਹ ਤੁਹਾਨੂੰ ਮਾਸਟਰ ਕੈਡਰ, ETT ਕੈਡਰ, NTT, PSPCL, PPSC ਅਤੇ PSTET ਐਗਜ਼ਾਮ ਦੇ ਲਈ ਹੈਲਪਫੁਲ ਰਹੂਗਾ। ਸੋ ਜੀਓਗ੍ਰਾਫੀ ਆਫ ਇੰਡੀਆ ਦਾ ਇਹ ਮੇਨ ਟੌਪਿਕ ਰਹੂਗਾ। ਸੋ ਇਸ ਤੋਂ ਪਹਿਲਾਂ ਦੀ ਥਿਊਰੀ ਵੀ ਆਪਾਂ ਅਪਲੋਡ ਕੀਤੀ ਹੋਈ ਆ। ਸੋ ਗਰੁੱਪ ਦੇ ਵਿੱਚੋਂ ਤੁਸੀਂ ਜੁਆਇਨ ਕਰ ਸਕਦੇ ਹੈਗੇ ਹੋ। WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਇਹਦੇ ਵਿੱਚ ਹੀ ਤੁਹਾਨੂੰ ਜਿਹੜੀਆਂ ਥਿਊਰੀ ਦੀਆਂ ਕਲਾਸਿਸ ਨੇ ਉਹ ਵੀ ਐਡ ਹੁੰਦੀਆਂ ਰਹਿਣਗੀਆਂ। ਸੋ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਸੋ ਬਹੁਤ ਹੀ ਜ਼ਿਆਦਾ ਵਧੀਆ ਸੀਰੀਜ਼ ਆਪਾਂ ਸ਼ੁਰੂ ਕੀਤੀ ਹੋਈ ਹੈਗੀ, ਠੀਕ ਹੈ। ਸੋ ਸਾਰੇ ਸਟੂਡੈਂਟਸ ਇਸ ਨੂੰ ਜ਼ਰੂਰ ਦੇਖਿਆ ਕਰੋ, ਪੂਰਾ ਕੰਪਲੀਟ ਦੇਖਿਆ ਕਰੋ ਕਿਉਂਕਿ ਬਹੁਤ ਸਾਰੇ ਪੁਆਇੰਟਸ ਜਿਹੜੇ ਉਹ ਇਸ ਕਲਾਸ ਦੇ ਵਿੱਚ ਆਪਣੇ ਕਵਰ ਹੋ ਜਾਂਦੇ ਨੇ। ਤਾਂ ਤੁਸੀਂ ਇੱਥੋਂ ਜਿਹੜੀ ਹੈ ਨਾ ਉਸ ਚੀਜ਼ ਨੂੰ ਕਾਪੀ ਕਰਕੇ ਆਪਣੇ ਲਈ ਅਪਲਾਈ ਕਰ ਸਕਦੇ ਹੋ। ਨਾਲ ਨਾਲ ਤੁਹਾਡੀ ਥਿਊਰੀ ਵਾਲਾ ਪਾਰਟ ਵੀ ਕਾਫੀ ਹੱਦ ਤੱਕ ਇਹਦੇ ਵਿੱਚ ਕਵਰ ਹੁੰਦਾ ਰਹੂਗਾ। ਸੋ ਅੱਜ ਦਾ ਫਸਟ ਕੁਐਸਚਨ ਰਹੇਗਾ ਜੀ 61 ਨੰਬਰ। ਸੋ ਭਾਰਤੀ ਰਾਜਾਂ ਦਾ ਪੁਨਰਗਠਨ ਕਿਸ ਦੇ ਅਧੀਨ ਕੀਤਾ ਗਿਆ ਸੀ? ਵੈਸੇ ਤਾਂ ਇਹ ਪੋਲੀਟੀਕਲ ਦੇ ਵਿੱਚ ਆਉਂਦਾ ਬਟ ਇਹ ਜੀਓਗ੍ਰਾਫੀ ਦਾ ਵੀ ਇੱਕ ਟੌਪਿਕ ਬਣਦਾ ਹੈ ਕਿ ਕਦੋਂ ਹੋਇਆ ਸੀ, ਕਿਹੜੇ ਕਿਹੜੇ ਰਾਜ ਬਣੇ ਸੀਗੇ। ਓਕੇ, ਸੋ ਮਹਾਤਮਾ ਗਾਂਧੀ ਦੇ ਅਧੀਨ, ਪੰਡਿਤ ਜਵਾਹਰ ਲਾਲ ਨਹਿਰੂ ਦੇ ਅਧੀਨ, ਜਾਂ ਫਜ਼ਲ ਅਲੀ ਦੇ ਅਧੀਨ ਤੇ ਜਾਂ ਫਿਰ ਡਾਕਟਰ ਰਾਜਿੰਦਰ ਪ੍ਰਸਾਦ ਦੇ ਅਧੀਨ। ਸੋ ਭਾਰਤੀ ਰਾਜਾਂ ਦਾ ਪੁਨਰਗਠਨ ਆਪਾਂ ਇਹਦੇ ਵਿੱਚ ਇਨਕਲੂਡ ਤਾਂ ਕੀਤਾ ਹੈ ਕਿਉਂਕਿ ਭਾਰਤ ਦੇ ਜਿਹੜੇ ਰਾਜ ਬਣਾਏ ਗਏ ਸੀਗੇ 1947 ਤੋਂ ਬਾਅਦ, ਵੰਡ ਤੋਂ ਬਾਅਦ, ਉਹ ਪ੍ਰਮੁੱਖ ਤੌਰ 'ਤੇ ਇੱਕ ਕਮੇਟੀ ਦੇ ਦੁਆਰਾ ਬਣਾਈ ਗਈ ਸੀ ਜੋ ਕਿ ਇਹਦੇ ਵਿੱਚ ਇਨਕਲੂਡ ਆਉਂਦੇ ਹੈਗੇ ਆ। ਓਕੇ, ਸੋ ਇਹ ਕਮੇਟੀ ਜਿਹੜੀ ਹੈ ਪੁਨਰਗਠਨ ਵਾਲੀ ਇਹ ਫਜ਼ਲ ਅਲੀ ਨੇ ਜਿਹੜਾ ਬਣਾਈ ਸੀਗੀ, ਇਹਦਾ ਪ੍ਰਮੁੱਖ ਜਿਹੜਾ ਯੋਗਦਾਨ ਸੀ। ਅਤੇ ਇਹ ਕਮੇਟੀ 1953 ਦੇ ਵਿੱਚ ਬਣਾਇਆ ਗਿਆ ਸੀਗਾ ਇਹ ਕਮਿਸ਼ਨ ਫਜ਼ਲ ਅਲੀ ਦੀ ਅਗਵਾਈ ਦੇ ਅਧੀਨ। ਓਕੇ, ਸੋ ਸਭ ਤੋਂ ਪਹਿਲੀ ਕੋਸ਼ਿਸ਼ ਜਿਹੜੀ ਹੈ 1948 ਦੇ ਵਿੱਚ ਡਾਕਟਰ ਰਾਜਿੰਦਰ ਪ੍ਰਸਾਦ ਨੇ ਕੀਤੀ ਸੀਗੀ। ਇਸ ਨੇ ਪਹਿਲਾਂ ਸ਼ੁਰੂਆਤ ਕੀਤੀ ਸੀ ਕਿ ਭਾਸ਼ਾ ਦੇ ਆਧਾਰ ਦੇ ਉੱਪਰ ਜਿਹੜਾ ਕਹਿ ਸਕਦੇ ਹਨ ਰਾਜਾਂ ਦਾ ਜਿਹੜਾ ਪੁਨਰਗਠਨ ਹੋ ਸਕਦਾ ਹੈ ਜਾਂ ਨਹੀਂ। ਸੋ ਇਹ ਇਹਦੀ ਜਿਹੜੀ ਕਹਿ ਸਕਦੇ ਹੈਗੇ ਆ ਪਹਿਲੀ ਜਿਹੜੀ ਸ਼ੁਰੂਆਤ ਕੀਤੀ ਸੀ। ਫਿਰ ਹੌਲੀ ਹੌਲੀ ਜਿਹੜਾ ਕਹਿੰਦੇ ਇਹਨਾਂ ਨੇ 1953 ਦੇ ਵਿੱਚ ਫਜ਼ਲ ਅਲੀ ਦੀ ਕਮੇਟੀ ਦੇ ਅਧੀਨ ਸਭ ਤੋਂ ਪਹਿਲਾ ਰਾਜ ਬਣਾਇਆ ਸੀਗਾ ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਜਿਹੜਾ ਰਾਜ ਬਣਾਇਆ ਸੀਗਾ ਅਤੇ ਇਸ ਨੂੰ ਭਾਸ਼ਾ ਦੇ ਆਧਾਰ 'ਤੇ ਪਹਿਲਾ ਰਾਜ ਬਣਾਇਆ ਸੀ, ਠੀਕ ਹੈ, ਜਿਹਦੇ ਵਿੱਚ ਤੇਲਗੂ ਬੋਲਣ ਵਾਲੇ ਜਿਹੜੇ ਲੋਕ ਆ ਉਹ ਸ਼ਾਮਲ ਸੀਗੇ। ਕਾਫੀ ਇੰਪੋਰਟੈਂਟ ਹੈ। ਅਤੇ ਕਈ ਵਾਰੀ ਪੁੱਛ ਲੈਂਦੇ ਹੈ ਕਿ ਇਦੋਂ ਬਾਅਦ ਕਮੇਟੀ ਨੇ ਕਿਵੇਂ ਕੰਮ ਕੀਤਾ, ਠੀਕ ਹੈ। ਇਹ 1953 ਦੇ ਵਿੱਚ ਜਿਹੜੀ ਸ਼ੁਰੂਆਤ ਕੀਤੀ ਸੀ। ਫਿਰ ਇਸ 1953 ਵਾਲੇ ਐਕਟ ਨੂੰ 1956 ਦੇ ਵਿੱਚ ਲਾਗੂ ਕੀਤਾ ਜਾਂਦਾ ਪੂਰੇ ਭਾਰਤ ਦੇ ਉੱਪਰ, ਜਿਹਦੇ ਅਧੀਨ ਸਭ ਤੋਂ ਪ੍ਰਮੁੱਖ ਯੋਗਦਾਨ ਰਹਿੰਦਾ ਹੈ ਸਰਦਾਰ ਵੱਲਭ ਭਾਈ ਪਟੇਲ ਦਾ। ਸਰਦਾਰ ਵੱਲਭ ਭਾਈ ਪਟੇਲ ਇਹ ਪ੍ਰਮੁੱਖ ਯੋਗਦਾਨ ਪਾਉਂਦੇ ਆ ਜਿਹਦੇ ਕਾਰਨ ਕਰਕੇ ਭਾਰਤ ਜਿਹੜਾ ਹੈ 1956 ਦੇ ਵਿੱਚ ਭਾਸ਼ਾ ਦੇ ਆਧਾਰ ਦੇ ਉੱਪਰ ਵੰਡਿਆ ਜਾਂਦਾ ਹੈ। ਓਕੇ, ਔਰ ਇਸ ਦੇ ਅਧੀਨ 14 ਜਿਹੜੀਆਂ ਸਟੇਟ ਬਣਾਈਆਂ ਗਈਆਂ ਸੀ ਅਤੇ ਨਾਲ ਹੀ 6 ਯੂਨੀਅਨ ਟੈਰੀਟਰੀ ਜਿਹੜੀਆਂ ਹੈ ਉਹ ਬਣਾਈਆਂ ਗਈਆਂ ਸੀ। ਓਕੇ, ਬਟ 1953 ਦੇ ਵਿੱਚ ਫਜ਼ਲ ਅਲੀ ਦੇ ਅਗਵਾਈ ਦੇ ਅਧੀਨ ਇਸ ਨੂੰ ਬਣਾਇਆ ਗਿਆ ਸੀ। ਨੈਕਸਟ ਹੈ ਜੀ ਸਟੇਟ ਰੀਆਰਗਨਾਈਜੇਸ਼ਨ ਕਮਿਸ਼ਨ ਕਦੋਂ ਬਣਾਇਆ ਗਿਆ ਜੀ? ਸੋ 1946 ਦੇ ਵਿੱਚ, 1955 ਦੇ ਵਿੱਚ, 1953 ਦੇ ਵਿੱਚ ਜਾਂ ਫਿਰ 1960 ਦੇ ਵਿੱਚ। ਸੋ ਇਹ ਬਣਾਇਆ ਗਿਆ ਸੀਗਾ 1953 ਦੇ ਵਿੱਚ। ਆਪਾਂ ਪਹਿਲਾਂ ਹੀ ਗੱਲ ਕਰ ਲੈਤੀ ਹੈਗੀ ਆ। ਓਕੇ, ਫਜ਼ਲ ਅਲੀ ਦੀ ਅਗਵਾਈ ਦੇ ਅਧੀਨ ਇਸ ਨੂੰ ਬਣਾਇਆ ਗਿਆ ਸੀਗਾ। ਸੌਰੀ, ਫਜ਼ਲ ਅਲੀ ਹੈ। ਓਕੇ, ਅਤੇ ਬਾਅਦ ਦੇ ਵਿੱਚ ਸਰਦਾਰ ਵੱਲਭ ਭਾਈ ਪਟੇਲ ਨੇ ਜਿਹੜਾ ਹੈ ਇਸ ਨੂੰ ਕਾਫੀ ਯੋਗਦਾਨ ਦੇ ਕੇ 1956 ਦੇ ਵਿੱਚ ਇਸ ਨੂੰ ਲਾਗੂ ਕਰਵਾਇਆ ਸੀਗਾ। ਓਕੇ, ਅਤੇ 14 ਰਾਜ ਜਿਹੜੇ ਉਹ ਬਣਾ ਦਿੱਤੇ ਗਏ ਸੀ। ਇੱਕ ਚੀਜ਼ ਜ਼ਰੂਰ ਯਾਦ ਰੱਖਣਾ ਹੈ ਕਿ ਆਂਧਰਾ ਪ੍ਰਦੇਸ਼ ਜਿਹੜਾ ਹੈ ਉਹ ਪਹਿਲਾ ਰਾਜ ਸੀਗਾ। ਇਹ ਸਭ ਤੋਂ ਵੱਧ ਪੁੱਛਿਆ ਜਾਂਦਾ ਹੁੰਦਾ ਕੁਐਸਚਨ। ਓਕੇ, ਨੈਕਸਟ ਹੈ ਜੀ 63 ਨੰਬਰ। 1956 ਦੇ ਵਿੱਚ ਭਾਰਤ ਨੂੰ ਕਿੰਨੇ ਰਾਜਾਂ ਦੇ ਵਿੱਚ ਵੰਡਿਆ ਗਿਆ ਜੀ? 14 ਦੇ ਵਿੱਚ, 10 ਦੇ ਵਿੱਚ, 12 ਦੇ ਵਿੱਚ ਤੇ ਜਾਂ ਫਿਰ 20 ਦੇ ਵਿੱਚ। ਸੋ 1956 ਦੇ ਵਿੱਚ ਜਦੋਂ ਭਾਰਤ ਵੰਡਿਆ ਗਿਆ ਭਾਸ਼ਾ ਦੇ ਆਧਾਰ ਦੇ ਉੱਪਰ, ਸੋ ਫੇਸ ਜਿਹੜਾ ਯਾਦ ਰੱਖਣਾ ਹੈ ਭਾਸ਼ਾ ਨੂੰ ਆਧਾਰ ਬਣਾਇਆ ਗਿਆ ਸੀ। ਇਹਦੇ ਅਧੀਨ 14 ਜਿਹੜੀਆਂ ਸਟੇਟਸ ਬਣਾਈਆਂ ਗਈਆਂ ਸੀਗੀਆਂ ਅਤੇ 6 ਯੂਨੀਅਨ ਟੈਰੀਟਰੀ ਜਿਹੜੀਆਂ ਇਹ ਬਣਾਈਆਂ ਗਈਆਂ ਸੀ। ਇਹ ਸਾਰੇ ਹੀ ਲੈਂਗੁਏਜ ਬੇਸ ਸੀਗੇ, ਠੀਕ ਹੈ ਜੀ। ਚਲੋ ਨੈਕਸਟ ਚੱਲਦੇ ਹਾਂ। ਭਾਰਤ ਨੂੰ ਉਪ ਮਹਾਦੀਪ ਕਿਉਂ ਕਿਹਾ ਜਾਂਦਾ ਹੈ? ਸੋ ਆਪਸ਼ਨ ਇੱਕ ਹੈ ਹਿਮਾਲਿਆ ਪਰਬਤ ਕਰਕੇ, ਬੰਗਾਲ ਦੀ ਖਾੜੀ ਕਰਕੇ, ਅਰਬ ਸਾਗਰ ਕਰਕੇ ਤੇ ਜਾਂ ਫਿਰ ਹਿੰਦ ਮਹਾਸਾਗਰ ਕਰਕੇ। ਸੋ ਇਸ ਨੂੰ
क्यों कहा जाता है उप महाद्वीप, सब कॉन्टीनेंट क्यों कहा जाता है। बहुत बार मास्टर गेटर के क्वेश्चन आता होंगे, पी टैट के भी आता है, सी टैट के भी आता है, ठीक है। यानी कि काफ़ी सारे पेपर जोड़े टीचिंग लाइन के नाल रिलेटेड ने उन्होंने अक्सर आता रहता है, तो इस करके इसमें थोड़ा जिहा ध्यान नाल सुन लियो, अक्सर ये आऊगा ही आऊगा क्वेश्चन, ठीक है। साडे भारत की जिहड़ी स्थिति है वो एशिया दे विच पैंदी हैगी आ, ओके। एशिया दे जिहड़ा कह सकते हैं भारत के उपर नॉर्थ वाले खेत्र दे विच हिमालय पर्बत पैंदा है, जिहड़ा कि इहनूं उपरों बिल्कुल पूरा वख कर दिंदा है एशिया दे नालों, ओके। पूर्ण तौर के उपर इहदी लोकेशन जिहड़ी है वो वख हो जाती है एशिया के नालों। फिर निचली साइड ते अगे, तो निचली साइड ते भी ये कोई राज होर नहीं है, सिर्फ है इत्थे हिंद महासागर, ओके, हिंद महासागर। और ईस्टर्न पार्ट की गल करिए तो ईस्ट दे विच भी ये बंगाल की जिहड़ी खाड़ी आ जाती है, जो इसनूं बाकी दे देशां दे नालों वख करदी हैगी, ओके। इस तो इलावा अगर पश्चिमी भाग की गल करिए तो इत्थे अरब सागर आ जाता है, जो इसनूं बाकी दे राज्यां दे नालों वख करदी हैगी आ। तो इहदी स्थिति के आधार के उपर जिहड़ा कह सकते हैं चारों पासों तो ये एशिया के नालों जां होर जिहड़ा कह सकते देशों के नालों वख हुंदा है, इसे कारण करके ही इहनूं सब कॉन्टीनेंट कहा जाता है। काफ़ी वड्डा एरिया है, ठीक है। इस तो इलावा पॉपूलेशन सब तो वध रखता हैगा संसार की, है ना, दूसरे नंबर पर आता हैगा। और एक यह कि जिहड़ी हिमालय पर्बत के कारण करके एशिया के नालों वख हो जाता है, ये सब तो प्रमुख कारण है। दूसरा साउथ के हिंद महासागर के नाल घिरिया होने कारण करके ये इस करके ये सारे ही चारे फैक्टर जिहड़े हिमालय पर्बत करके, बंगाल की खाड़ी करके, अरब सागर करके ते हिंद महासागर के करके चारों पासों तो अलग जिहड़ी स्थिति बनती है, जिहदे आधार के उपर इसनूं उप महाद्वीप कह दिता जाता है। नैक्सट है क्वेश्चन तुहानूं जिहड़ा है मतलब कि उत्थे वर्डिंग चेंज हो चुकी है, हो सकती है सेम नहीं होगी। कई बार तुसीं ये सोचो कि इस तरह होगा, हो सकता तुहानूं हिंद महासागर इनकलूड कर देन, हो सकता है हिमालय पर्बत इनकलूड कर देन, तो दोनों चो कोई ऑप्शन हो सकता है। मैं सारे दस्सिया ताकि तुसीं इहनूं कवर कर लवो। नैक्सट है जी पॉइंट नंबर, ये लिखियां विचों किहड़े देश ओरीएंटल वर्ल्ड के नाल संबंधित ने। सो कल आपां इह थ्योरी दे विच गल कीती सी कि ओरीएंटल वर्ल्ड जिहड़ा है वो किसनूं कहा जाता है, श्रीलंका नूं, पूर्वी अफ्रीका नूं, इंग्लैंड नूं ते जां फिर पाकिस्तान नूं। इत्थे पूछा गया है किहड़े देश ओरीएंटल वर्ल्ड के नाल संबंधित नहीं हैगे। कल आपां थ्योरी वाले पार्ट दे विच गल कीती सीगी कि ओरीएंटल जिहड़े है ये देश कहाउंदे किहड़े हैगे ने, ओके। तो ओरीएंटल देश इन्हां दे विचों जी नहीं है, वो है इंग्लैंड, ओके। आपां थ्योरी च जे गल कीती सीगी कि जिहड़े देश भूमध्य सागर मैਡੀਟੇਰੀਅਨ सी जिहड़ा है उस तो पूरब दे विच पैंदे हैगे नेगे, ठीक है, पूरब दे विच पैंदे ने ते भारत नूं जिहड़ा है बाकी देशां दे नाल जोड़दे हैगे ने, उसे नूं कहा जाता है ओरीएंटल वर्ल्ड, ओके। ओरीएंटल वर्ल्ड कहा जाता है। तो ओरीएंटल वर्ल्ड फिर इत्थे श्रीलंका है, क्योंकि यह हिंद महासागर दे नाल जुड़दा है साडे इंडिया दे नाल। पूर्वी अफ्रीका इधरली साइड ते पै जांदा है, ये भी इंडियन ओशन दे नाल साडे भारत दे नाल जुड़दा है। पाकिस्तान साडे उपरली साइड ते आ गया है, ये भी साडे नाल जुड़दा है। बट इंग्लैंड जिहड़ा है ये यूरोप च पै जांदा है, ये मैਡੀਟੇਰੀਅਨ सी नूं पास करके जांदा है, मतलब कि ये पश्चिम दे विच पैंदा है, ठीक है। भूमध्य सागर दे पश्चिमी भाग दे विच पैंदा है, अते जिहड़े देश भूमध्य सागर दे पूर्वी भाग च पैंदे ने उन्हां दे विचों कोई भी देश तुहानूं जे ऑप्शन दे विच आंदा है वो सारे ओरीएंटल वर्ल्ड नेगे, ठीक है। ओरीएंटल वर्ल्ड जिहड़े आ वो कहाउंदे हैगे ने। सो इसे करके इत्थे इंग्लैंड नहीं है, श्रीलंका, पूर्वी अफ्रीका ते पाकिस्तान जिहड़े आ ये फिर ओरीएंटल वर्ल्ड च आ जांदे आ। नैक्सट है शार्ट नंबर, मिस्टर्स ऑफ ईस्टर्न सीज किसनूं कहा जाता है, भारत नूं, हिंद महासागर नूं, बंगाल की खाड़ी नूं ते जां फिर भूमध्य सागर नूं। सो ईस्टर्न सीज कहा जाता है ना मिस्टर्स, मतलब कि पूरब की गल करांगे, पूरब की पटरानी, पंजाबी च इसनूं इस तरीके नाल पेश करांगे, ठीक है। पूरब की पटरानी किसनूं कहा जाता है, इससे सवाल बनता है। भारत नूं कहा जाता है, हिंद महासागर नूं कहंदा, बंगाल की खाड़ी नूं कहा जाता, जां फिर भूमध्य सागर नूं कहा जाता है। सो ये कहा जाता है जी हिंद महासागर नूं, इंडियन ओशन नूं कहा जाता है जी, ओके। पूरब की पटरानी काफ़ी इंपॉर्टेंट है, क्यों कहा जाता है, क्योंकि जिहड़ा इंडियन ओशन है यह भारत नूं जोड़ता है जी पूर्वी अफ्रीका दे नाल, ओके, पूर्वी अफ्रीका दे नाल जोड़ता है। इस तो इलावा इधर जिहड़ा एशिया का कुछ पार्ट है जिन्हों ईस्टर्न
ਸਾਊਥ ਈਸਟ ਵਾਲਾ ਪਾਰਟ ਕਹਾਂਗੇ ਇਸ ਨੂੰ ਵੀ ਇਹਦੇ ਨਾਲ ਜੋੜਦਾ ਹੈ। ਇਸੇ ਕਾਰਨ ਕਰਕੇ ਹਿੰਦ ਮਹਾਸਾਗਰ ਨੂੰ ਮਿਸਟਰਸ ਆਫ ਈਸਟਰਨ ਸੀ ਕਿਹਾ ਜਾਂਦਾ ਹੈ, ਕਿਉਂਕਿ ਇਹ ਈਸਟ ਪਾਰਟ ਦੇ ਵਿੱਚ ਪੂਰਬ ਦੇ ਵਿੱਚ ਸਾਰੇ ਦੇਸ਼ਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ, ਖਾਸ ਤੌਰ 'ਤੇ ਭਾਰਤ ਨੂੰ ਜੋੜਦਾ ਹੈ ਬਾਕੀ ਦੇ ਦੇਸ਼ਾਂ ਦੇ ਨਾਲ। ਓਕੇ, ਇਸੇ ਕਰਕੇ ਕਿਹਾ ਜਾਂਦਾ ਇਸ ਨੂੰ। ਨੈਕਸਟ ਹੈ ਜੀ 67 ਨੰਬਰ, ਪੱਛਮੀ ਘਾਟ ਦੀ ਲੰਬਾਈ ਕਿੰਨੀ ਹੈ ਜੀ? ਆਪਸ਼ਨ 1 ਹੈ ਜੀ 1230 ਕਿਲੋਮੀਟਰ, 1190 ਕਿਲੋਮੀਟਰ, 1700 ਕਿਲੋਮੀਟਰ ਅਤੇ ਜਾਂ ਫਿਰ 1600 ਕਿਲੋਮੀਟਰ। ਸੋ ਇਹਦੀ ਲੰਬਾਈ ਹੈਗੀ ਹੈ ਜੀ 1600 ਕਿਲੋਮੀਟਰ। ਓਕੇ, ਇਹ ਹੈ ਕੀ ਚੀਜ਼ ਹੈ ਕਿ ਸਾਡਾ ਜਿਹੜਾ ਮੈਪ ਹੈ ਇੰਡੀਆ ਦਾ, ਇਹਦੇ ਵੈਸਟਰਨ ਪਾਰਟ ਦੇ ਵਿੱਚ ਇੱਕ ਵਾਰੀ ਪਰਬਤ ਲੜੀ ਮਿਲਦੀ ਹੈ, ਇਸੇ ਤਰੀਕੇ ਦੇ ਨਾਲ ਇੱਧਰਲੀ ਸਾਈਡ 'ਤੇ ਮਿਲਦੀ ਹੈਗੀ ਹੈ। ਠੀਕ ਹੈ, ਜਿਹੜੀ ਇਸ ਦੇ ਪੱਛਮ ਵਾਲੇ ਖੇਤਰ 'ਚ ਹੈ ਉਸ ਨੂੰ ਕਿਹਾ ਜਾਂਦਾ ਹੈ ਵੈਸਟਰਨ ਘਾਟ, ਯਾਨੀ ਕਿ ਪੱਛਮੀ ਘਾਟ ਜਿਹਦੀ ਆਪਾਂ ਹੁਣ ਗੱਲ ਕਰ ਰਹੇ ਹੈਗੇ ਹਾਂ। ਓਕੇ, ਇਹਦਾ ਨਾਮ ਹੈ ਜੀ ਵੈਸਟਰਨ ਘਾਟਸ। ਓਕੇ, ਕਿਉਂਕਿ ਇਹ ਪੱਛਮ ਦੇ ਵਿੱਚ ਪੈਂਦੀ ਹੈ। ਇਹ ਸਾਰੀ ਦੀ ਸਾਰੀ ਮਾਊਂਟਨ ਰੇਂਜ ਹੈਗੀ ਜਿਹੜੀ ਕਿ ਗੁਜਰਾਤ ਤੋਂ ਚੱਲਦੀ ਹੈ ਅਤੇ ਕੇਰਲਾ ਤੱਕ ਆਉਂਦੀ ਹੈ। ਇਸੇ ਤਰੀਕੇ ਨਾਲ ਈਸਟਰਨ ਪਾਰਟ ਦੇ ਵਿੱਚ ਹੈ, ਇਸ ਨੂੰ ਇਸੇ ਕਾਰਨ ਕਰਕੇ ਈਸਟਰਨ ਘਾਟ ਕਹਿ ਦਿੰਦੇ ਹੈਗੇ। ਓਕੇ, ਇਹ ਦੋ ਪਾਰਟ ਨੇ ਅਤੇ ਇਹ ਵੀ ਯਾਦ ਰੱਖਣਾ ਹੈ ਜਿੱਥੇ ਇਹ ਦੋਨੋਂ ਆਪਸ ਦੇ ਵਿੱਚ ਆ ਕੇ ਮਿਲ ਜਾਂਦੀਆਂ ਨੇ ਉੱਥੇ ਬਣਦੀ ਹੈਗੀ ਜੀ ਨੀਲਗਿਰੀ ਪਰਬਤ, ਨੀਲਗਿਰੀ ਮਾਊਂਟਨ ਸ਼੍ਰੇਣੀ ਬਣਦੀ ਹੈਗੀ ਅਤੇ ਇਹਦੀ ਸਭ ਤੋਂ ਉੱਚੀ ਚੋਟੀ ਹੈਗੀ ਹੈ ਜੀ ਅਨਾਈ ਮੁੰਡੀ। ਅਨਾਈ ਮੁੰਡੀ ਜਿਹੜੀ ਹੈ ਇਸ ਦੀ ਸਭ ਤੋਂ ਉੱਚੀ ਚੋਟੀ ਹੈਗੀ ਹੈ। ਆਪਾਂ ਫਿਜ਼ੀਓਗ੍ਰਾਫੀ ਦੇ ਵਿੱਚ ਪੜ੍ਹਾਂਗੇ, ਉੱਥੇ ਸਾਰਾ ਕੁਛ ਇਨਕਲੂਡ ਹੋਊਗਾ। ਓਕੇ, ਇਹ ਤੁਹਾਨੂੰ ਵੈਸੇ ਮੋਟਾ ਮੋਟਾ ਦੱਸਿਆ ਹੈ। ਸੋ ਇੱਥੋਂ ਜਿਹੜਾ ਹੈ ਪੱਛਮੀ ਘਾਟ ਸ਼ੁਰੂ ਹੁੰਦੀ ਹੈਗੀ ਅੱਗੇ ਗੁਜਰਾਤ ਤੋਂ। ਓਕੇ, ਅਤੇ ਗੁਜਰਾਤ ਤੋਂ ਲੈ ਕੇ ਚੱਲਦੀ ਹੈਗੀ ਜੀ ਕੇਰਲਾ ਤੱਕ। ਇਹਦੀ ਜਿਹੜੀ ਲੰਬਾਈ ਬਣ ਜਾਂਦੀ ਹੈ ਜੀ ਇਹ ਹੈ 1600 ਕਿਲੋਮੀਟਰ। ਓਕੇ, ਯਾਨੀ ਕਿ 1600 ਕਿਲੋਮੀਟਰ ਬਣਦੀ ਹੈ ਜੀ ਗੁਜਰਾਤ ਤੋਂ ਲੈ ਕੇ ਕੇਰਲਾ ਤੱਕ। ਓਕੇ, ਅਤੇ ਇਹਦੇ ਨਾਲ ਨਾ 5 ਸਟੇਟਸ ਲੱਗਦੀਆਂ ਨੇ ਭਾਰਤ ਦੀਆਂ। ਇਸ ਦੇ ਵਿੱਚ 5 ਸਟੇਟਸ ਪੈਂਦੀਆਂ ਹੈਗੀਆਂ ਨੇ, ਜਿਹਦੇ ਵਿੱਚ ਗੁਜਰਾਤ, ਮਹਾਰਾਸ਼ਟਰਾ, ਓਕੇ, ਗੋਆ, ਕਰਨਾਟਕਾ, ਇਸ ਤੋਂ ਇਲਾਵਾ ਕੇਰਲਾ। 5 ਜਿਹੜੇ ਰਾਜ ਆ ਉਹ ਇਸ ਵੈਸਟਰਨ ਘਾਟ ਦੇ ਨਾਲ ਲੱਗਦੇ ਹੈਗੇ ਨੇ। ਨੈਕਸਟ ਹੈ ਜੀ ਪੱਛਮੀ ਘਾਟ ਸਥਿਤ ਹੈ ਜੀ ਗੁਜਰਾਤ ਤੋਂ ਕੇਰਲਾ ਤੱਕ, ਕੇਰਲਾ ਤੋਂ ਤਮਿਲਨਾਡੂ ਤੱਕ, ਗੋਆ ਤੋਂ ਕਰਨਾਟਕਾ ਤੱਕ ਅਤੇ ਜਾਂ ਫਿਰ ਤਮਿਲਨਾਡੂ ਤੋਂ ਆਂਧਰਾ ਪ੍ਰਦੇਸ਼। ਇਹ ਆਪਾਂ ਹੁਣੀ ਗੱਲ ਕੀਤੀ ਹੈ ਕਿ ਗੁਜਰਾਤ ਤੋਂ ਸ਼ੁਰੂ ਹੁੰਦਾ ਹੈ ਜੀ ਇਹ ਵਾਲਾ ਪਾਰਟ, ਇੱਥੋਂ ਗੁਜਰਾਤ ਤੋਂ ਸ਼ੁਰੂ ਹੋਊਗਾ ਅਤੇ ਕੇਰਲਾ ਤੱਕ ਆਊਗਾ। ਓਕੇ, ਅਤੇ ਲੰਬਾਈ ਇਹਦੀ 1600 ਕਿਲੋਮੀਟਰ ਬਣ ਜਾਂਦੀ ਹੈਗੀ। 5 ਰਾਜ ਇਸ ਨੂੰ ਟੱਚ ਕਰਦੇ ਹੈਗੇ ਨੇ। ਨੈਕਸਟ ਹੈ ਜੀ ਕੋਕਣ ਤੱਟ। ਸੋ ਇੱਕ ਹੋਰ ਸਭ ਤੋਂ ਵੱਧ ਇੰਪੋਰਟੈਂਟ ਗੱਲ ਯਾਦ ਰੱਖਣੀ ਹੈਗੀ ਆ ਕਿ ਇਹ ਤੱਟ ਤੁਸੀਂ ਪੜ੍ਹੇ ਤਾਂ ਹੈਗੇ ਨੇ, ਬਟ ਇਹ ਕਿੱਥੇ ਨੇ ਅਤੇ ਕਿਵੇਂ ਬਣੇ ਹੋਏ ਨੇ ਇਹ ਸਾਨੂੰ ਬਹੁਤ ਘੱਟ ਜਣਿਆਂ ਨੂੰ ਪਤਾ ਹੈ। ਸੋ ਗੋਆ ਤੋਂ ਕਰਨਾਟਕਾ ਤੱਕ, ਗੁਜਰਾਤ ਤੋਂ ਗੋਆ ਤੱਕ, ਜਾਂ ਫਿਰ ਕਰਨਾਟਕ ਤੋਂ ਕੇਰਲਾ ਤੱਕ, ਅਤੇ ਜਾਂ ਫਿਰ ਕੇਰਲਾ ਤੋਂ ਤਮਿਲਨਾਡੂ ਤੱਕ। ਓਕੇ, ਸੋ ਇਸੇ ਤਰੀਕੇ ਨਾਲ ਧਿਆਨ ਰੱਖਿਓ, ਕਾਫੀ ਇੰਪੋਰਟੈਂਟ ਚੀਜ਼ ਹੈ ਇਹ। ਇੱਥੋਂ ਗੁਜਰਾਤ ਤੋਂ ਲੈ ਕੇ ਇੱਥੇ ਵੈਸਟ ਬੰਗਾਲ ਤੱਕ ਜਿਹੜਾ ਹੈ ਨਾ ਇਹ ਸੀਰੀਜ਼ ਚੱਲਦੀ ਹੈ ਕੋਸਟ ਲਾਈਨ ਵਾਲੀ। ਇੱਥੇ ਕੇਰਲਾ ਤੋਂ ਹੀ ਇਹ ਦੁਬਾਰਾ ਸ਼ੁਰੂ ਹੁੰਦੀ ਹੈ, ਗੁਜਰਾਤ ਤੋਂ ਕੇਰਲਾ, ਕੇਰਲਾ ਤੋਂ ਵੈਸਟ ਬੰਗਾਲ, ਇਸ ਤਰੀਕੇ ਨਾਲ ਜਾਂਦੀ ਹੈਗੀ ਆ। ਓਕੇ, ਇੱਥੇ ਰਾਜ ਪਾਏ ਜਾਂਦੇ ਨੇਗੇ। ਇਹਦੇ ਆਧਾਰ ਦੇ ਉੱਪਰ ਜਿਹੜਾ ਹੈ ਇਹ ਤੱਟ ਨਾ ਵੰਡੇ ਹੋਏ ਨੇ ਕਈ ਭਾਗਾਂ ਨੂੰ, ਤਾਂ 4 ਭਾਗਾਂ ਦੇ। ਇੱਧਰਲਾ ਜਿਹੜਾ ਪਾਰਟ ਹੈ ਇਹਨੂੰ ਕਈ ਪੁਸਤਕਾਂ ਦੇ ਵਿੱਚ 4 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੈ, ਕਈਆਂ ਦੇ ਵਿੱਚ 3 ਪਾਰਟ ਦੇ ਵਿੱਚ ਹੈ। ਇੱਧਰਲਾ ਪਾਰਟ ਜਿਹੜਾ ਹੈ ਇਹਨੂੰ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ। ਧਿਆਨ ਨਾਲ ਸੁਣ ਲਿਓ ਇਸ ਨੂੰ। ਓਕੇ, ਪਹਿਲਾ ਪਾਰਟ ਜਿਹੜਾ ਹੈ ਇਹ ਗੁਜਰਾਤ ਤੋਂ ਸ਼ੁਰੂ ਹੁੰਦਾ ਹੈ, ਗੁਜਰਾਤ ਤੋਂ ਸ਼ੁਰੂ ਹੋ ਕੇ ਇੱਥੋਂ ਤੱਕ ਆਉਂਦਾ ਜੀ ਇਹ ਦਮਨ ਤੱਕ। ਓਕੇ, ਦਮਨ ਦੀਵ ਵਾਲਾ ਜਿਹੜਾ ਖੇਤਰ ਹੈ ਇੱਥੋਂ ਤੱਕ ਆਉਂਦਾ ਹੈ ਅਤੇ ਇਸ ਖੇਤਰ ਨੂੰ ਕਿਹਾ ਜਾਂਦਾ ਹੈ ਜੀ ਕਠੀਆਵਾੜ। ਓਕੇ, ਕਠੀਆਵਾੜ ਤੱਟ ਇਸ ਖੇਤਰ ਦਾ ਨਾਮ ਹੈ। ਇਸ ਤੋਂ ਬਾਅਦ ਦਮਨ ਤੋਂ ਬਾਅਦ ਸਿੱਧਾ ਗੋਆ ਆਉਂਦਾ ਹੈ ਜੀ। ਓਕੇ, ਗੋਆ ਤੱਕ ਦਾ ਜਿਹੜਾ ਖੇਤਰ ਬਣੂਗਾ ਇਸ ਨੂੰ ਕਿਹਾ ਜਾਂਦਾ ਹੈ ਜੀ ਕੋਕਣ ਤੱਟ। ਹੁਣ ਆਪਾਂ ਇੱਥੇ ਨੂੰ ਟੇਕ ਕਰ ਲੈਣਾ ਹੈ। ਓਕੇ, ਕੋਕਣ ਤੱਟ ਇਹ ਪਿਆ ਹੈ ਜੀ ਹੁਣ ਕਿੱਥੋਂ, ਦਮਨ ਤੋਂ ਲੈ ਕੇ ਗੋਆ ਤੱਕ, ਬਟ ਇੱਥੇ ਨਾ ਆਪਸ਼ਨ ਗੁਜਰਾਤ ਤੋਂ ਗੋਆ ਹੋਊਗੀ ਕਿਉਂਕਿ ਇਹ ਕਈ ਜਗ੍ਹਾ ਦੇ ਵਿੱਚ ਇਹ ਸੇਮ ਇੱਕ ਪਾਰਟ ਹੀ ਬਣਾਇਆ ਹੋਇਆ, ਇਸ ਕਰਕੇ ਆਪਸ਼ਨ ਦੇ ਵਿੱਚ ਇਹ ਗੁਜਰਾਤ ਤੋਂ ਗੋਆ ਹੋਊਗਾ। ਓਕੇ, ਸੋ ਇਹਦਾ ਆਨਸਰ ਸਹੀ ਹੋਊਗਾ। ਅਗਲਾ ਵੀ ਦੱਸਦਾ ਹਾਂ, ਕਈ ਬੁੱਕਸ ਦੇ ਵਿੱਚ 4 ਦੱਸੇ ਹੋਏ, ਇਸ ਕਰਕੇ ਸਾਰੇ ਇਹ ਇਨਕਲੂਡ ਕਰਦੇ ਹਾਂ ਤਾਂ ਕਿ ਤੁਹਾਨੂੰ ਨਾ ਕੋਈ ਡਾਊਟ ਨਾ ਰਹੇ। ਫਿਰ ਇਹ ਤੋਂ ਅੱਗੇ ਇਹ ਗੋਆ ਤੋਂ ਲੈ ਕੇ ਕਰਨਾਟਕਾ ਤੱਕ ਆਉਂਦਾ ਹੈ। ਓਕੇ, ਕਰਨਾਟਕ ਤੱਕ। ਸੋ ਗੋਆ ਤੋਂ ਕਰਨਾਟਕ ਤੱਕ ਦਾ ਜਿਹੜਾ ਖੇਤਰ ਹੈ ਇਹ ਕਹਾਉਂਦਾ ਹੈ ਕੈਨਰਾ ਤੱਟ, ਇਹ ਕਹਾਉਂਦਾ ਹੈ ਜੀ ਕੈਨਰਾ ਤੱਟ। ਓਕੇ, ਫਿਰ ਇਸ ਤੋਂ ਬਾਅਦ ਹੈਗਾ ਜੀ ਕਰਨਾਟਕਾ ਤੋਂ ਲੈ ਕੇ ਕੇਰਲਾ ਤੱਕ ਦਾ, ਇਹਨੂੰ ਕਿਹਾ ਜਾਂਦਾ ਹੈ ਮਾਲਾਬਾਰ ਤੱਟ। ਆ ਸਾਰਿਆਂ ਨੇ ਸੁਣਿਆ ਹੋਣਾ ਹੈ, ਬਟ ਅੱਜ ਪਤਾ ਲੱਗੂਗਾ ਕਿ ਕਿਹੜਾ ਹੁੰਦਾ ਹੈ। ਕਰਨਾਟਕ ਤੋਂ ਲੈ ਕੇ ਕੇਰਲਾ ਤੱਕ ਦਾ ਹੁੰਦਾ ਹੈ ਖੇਤਰ। ਓਕੇ, ਇੱਕ ਇਹ ਚੀਜ਼ ਧਿਆਨ ਰੱਖਣਾ ਹੈ ਕਿ ਮਾਲਾਬਾਰ ਤੱਟ ਜਿਹੜੀ ਹੈ ਇਹ ਅਸੀਂ ਜ਼ਰੂਰ ਪੜ੍ਹਿਆ ਹੋਊਗਾ, ਬਾਰਿਸ਼ ਵਾਲੀ ਜਿਹੜਾ ਸਾਡਾ ਰੇਨਫਾਲ ਵਾਲਾ ਚੈਪਟਰ ਹੁੰਦਾ ਹੈ, ਕਿ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀਆਂ ਹੈ ਨਾ ਮਾਨਸੂਨ ਵਰਖਾ ਹੈਗੀ ਆ
ਉਹ ਕਿੱਥੇ ਆਉਂਦੀ ਹੈਗੀ ਆ, ਜੂਨ ਮਹੀਨੇ ਦੇ ਵਿੱਚ ਆਉਂਦੀ ਹੈਗੀ ਆ, ਕੇਰਲਾ ਦੇ ਵਿੱਚ ਆਉਂਦੀ ਆ। ਤੇ ਹਮੇਸ਼ਾ ਕਈ ਵਾਰ ਉਹ ਤੱਟ ਮੈਂਸ਼ਨ ਕਰ ਦਿੰਦੇ ਆ, ਤਾਂ ਇਹ ਹੁੰਦਾ ਹੈ ਮਾਲਾਬਾਰ ਤੱਟ। ਇੱਥੇ ਸਭ ਤੋਂ ਪਹਿਲਾਂ ਆਉਂਦੀ ਹੈਗੀ ਆ ਜੂਨ ਮਹੀਨੇ ਦੇ ਵਿੱਚ ਮੌਨਸੂਨ ਪਾਉਣਾ। ਅੱਜ ਤੋਂ ਇਹ ਕਲੀਅਰ ਹੋ ਜਾਊਗਾ। ਓਕੇ, ਕਾਫੀ ਇੰਪੋਰਟੈਂਟ ਹੈ। ਮੌਨਸੂਨ ਪਾਉਣਾ ਜੂਨ ਮਹੀਨੇ ਦੇ ਵਿੱਚ ਆਉਂਦੀ ਹੈ ਮਾਲਾਬਾਰ ਤੱਟ ਦੇ ਉੱਪਰ, ਜਾਣੀ ਕਿ ਕੇਰਲਾ ਰਾਜ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੀ ਹੈ। ਓਕੇ, ਫਿਰ ਇੱਥੋਂ ਕੇਰਲਾ ਤੋਂ ਲੈ ਕੇ ਅਗਲਾ ਖੇਤਰ, ਇਹ 3 ਪਾਰਟਸ ਦੇ ਵਿੱਚ ਹੈ। ਇਹ ਵੀ ਤੁਸੀਂ ਸ਼ਾਇਦ ਬਹੁਤ ਜਣੇ ਨੇ ਹੈ ਨਾ ਕਦੇ ਨਾ ਸੁਣਿਆ ਹੋਵੇ, ਬਟ ਨਾਮ ਜ਼ਰੂਰ ਪੜ੍ਹਿਆ ਹੈ। ਕੇਰਲਾ ਤੋਂ ਲੈ ਕੇ ਅਗਲਾ ਆਉਂਦਾ ਹੈ ਜੀ ਆਂਧਰਾ ਪ੍ਰਦੇਸ਼ ਤੱਕ। ਓਕੇ, ਆਂਧਰਾ ਪ੍ਰਦੇਸ਼ ਤੱਕ, ਆਂਧਰਾ ਪ੍ਰਦੇਸ਼, ਇਹ ਸਾਰਾ ਤੱਟ ਕਹਾਉਂਦਾ ਹੈ ਜੀ ਕੋਰੋਮੰਡਲ। ਇਹ ਵੀ ਤੁਸੀਂ ਸਾਰਿਆਂ ਨੇ ਸੁਣਿਆ ਹੋਇਆ ਹੈ, ਇਹ ਹੈ ਕੋਰੋਮੰਡਲ। ਓਕੇ, ਕੋਰੋਮੰਡਲ ਤੋਂ ਬਾਅਦ ਆਉਂਦਾ ਹੈਗਾ ਜੀ ਵੈਸਟ ਬੰਗਾਲ ਤੱਕ, ਵੈਸਟ ਬੰਗਾਲ ਤੱਕ। ਠੀਕ ਹੈ, ਇਹ ਕਹਾਉਂਦਾ ਹੈਗਾ ਜੀ ਡੈਲਟਾ ਰੀਜਨ। ਇਹ ਕਹਾਉਂਦਾ ਹੈ ਡੈਲਟਾ ਰੀਜਨ, ਕਿਉਂਕਿ ਇਸ ਖੇਤਰ ਦੇ ਵਿੱਚ ਗੰਗਾ ਬ੍ਰਹਮਪੁੱਤਰ ਦੇ ਦੁਆਰਾ ਜਿਹੜਾ ਡੈਲਟਾ ਹੈ ਉਹ ਕ੍ਰੀਏਟ ਕੀਤਾ ਜਾਂਦਾ ਹੈਗਾ ਗਾ। ਠੀਕ ਹੈ, ਗੰਗਾ ਬ੍ਰਹਮਪੁੱਤਰ ਦੇ ਦੁਆਰਾ ਇਸ ਖੇਤਰ ਦੇ ਵਿੱਚ। ਤੇ ਡੈਲਟਾ ਜਿਹੜਾ ਹੈ ਉਹ ਹਮੇਸ਼ਾ ਹੀ ਇਸ ਤਰੀਕੇ ਦਾ ਟ੍ਰਾਇੰਗਲ ਰੂਪ ਦੇ ਵਿੱਚ ਹੁੰਦਾ ਹੈ, ਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਹੈ ਗੰਗਾ ਬ੍ਰਹਮਪੁੱਤਰ ਵਾਲਾ। ਓਕੇ, ਜਿੱਥੇ ਕਿ ਸੁੰਦਰੀ ਨਾਮ ਦੇ ਜਿਹੜੇ ਕਹਿੰਦੇ ਹੈਗੇ ਕਿ ਪਲਾਂਟਸ ਪਾਏ ਜਾਂਦੇ ਹੈਗੇ, ਦਰਖਤ ਪਾਏ ਜਾਂਦੇ ਆ। ਇਸੇ ਕਾਰਨ ਕਰਕੇ ਇਹਦਾ ਨਾਮ ਜਿਹੜਾ ਹੈ ਉਹ ਸੁੰਦਰਬਨ ਡੈਲਟਾ ਰੱਖਿਆ ਗਿਆ ਹੈਗਾ। ਕਾਫੀ ਇੰਪੋਰਟੈਂਟ ਹੈ। ਸੁੰਦਰਬਨ ਡੈਲਟਾ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈ, ਬੇ ਆਫ ਬੰਗਾਲ ਦੇ ਵਿੱਚ ਇਹ ਪੈਂਦਾ ਹੈ, ਗੰਗਾ ਬ੍ਰਹਮਪੁੱਤਰ ਦੇ ਦੁਆਰਾ ਬਣਾਇਆ ਗਿਆ ਹੈ। ਓਕੇ, ਤੀਸਰਾ ਪਾਸਟ ਜਿਹੜਾ ਹੈ ਉਹ ਵੈਸਟ ਬੰਗਾਲ ਤੋਂ ਸ਼ੁਰੂ ਹੋਊਗਾ ਤੇ ਉੱਪਰ ਤੱਕ ਜਾਊਗਾ। ਠੀਕ ਹੈ, ਤੇ ਇਸ ਨੂੰ ਕਿਹਾ ਜਾਊਗਾ ਪਰਬਤੀ ਖੇਤਰ। ਇਹ ਵੈਸੇ ਘੱਟ ਪੁੱਛਦੇ ਹੈਗੇ ਆ। ਓਕੇ, ਇਸ ਨੂੰ ਕਿਹਾ ਜਾਂਦਾ ਹੈ ਪਰਬਤੀ ਖੇਤਰ, ਕਾਫੀ ਇੰਪੋਰਟੈਂਟ ਹੈ। ਓਕੇ, ਇਸ ਖੇਤਰ ਦੇ ਵਿੱਚ ਆ ਕੇ ਜਿੱਥੇ ਇਹ ਦੋਨੋਂ ਹੀ ਖੇਤਰ ਮਿਲਦੇ ਹੈਗੇ ਨੇ, ਇੱਥੇ ਨੀਲਗਿਰੀ ਪਰਬਤ ਸ਼੍ਰੇਣੀ ਹੈ, ਇਹ ਆਪਾਂ ਗੱਲ ਕਰ ਲੈਤੀ ਹੈ ਪਹਿਲਾਂ। ਠੀਕ ਹੈ ਜੀ, ਚਲੋ ਨੈਕਸਟ ਚੱਲਦੇ ਹਾਂ ਜੀ ਮਾਲਾਬਾਰ ਤੱਟ। ਹੁਣ ਇਹਦੇ ਬਾਰੇ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਹੈ, ਗੋਆ ਤੋਂ ਕਰਨਾਟਕਾ, ਗੁਜਰਾਤ ਤੋਂ ਗੋਆ, ਕਰਨਾਟਕ ਤੋਂ ਕੇਰਲਾ, ਤੇ ਜਾਂ ਫਿਰ ਕੇਰਲਾ ਤੋਂ ਤਾਮਿਲਨਾਡੂ। ਮਾਲਾਬਾਰ ਤੱਟ ਉਹ ਤੱਟ ਹੈ ਜਿੱਥੇ ਸਭ ਤੋਂ ਪਹਿਲਾਂ ਜਿਹੜੀ ਕਹਿੰਦੇ ਹੈਗੇ ਆ ਮਾਨਸੂਨ ਵਰਖਾ ਸ਼ੁਰੂ ਹੁੰਦੀ ਹੈਗੀ। ਓਕੇ, ਮਾਨਸੂਨ ਵਰਖਾ ਇਹ ਕੇਰਲਾ ਦੇ ਵਿੱਚ ਪੈ ਜਾਂਦਾ ਹੈ, ਤੇ ਐਸਟੀਮੇਟ ਜਿਹਾ ਹੈ, ਕਈ ਵਾਰ ਇੱਧਰ ਉੱਧਰ ਹੋ ਜਾਂਦੀ ਹੈ। ਵੈਸੇ 1 ਜੂਨ ਮੰਨਿਆ ਜਾਂਦਾ ਹੈ, ਜਾਂ ਇਕੱਲਾ ਜੂਨ ਮਹੀਨਾ ਪੁੱਛਿਆ ਜਾਂਦਾ ਹੁੰਦਾ ਹੈ। ਤਾਂ 1 ਜੂਨ ਨੂੰ ਤਕਰੀਬਨ ਇੱਥੇ ਜਿਹੜੀ ਹੈ ਰੇਨਫਾਲ ਯਾਨੀ ਕਿ ਮਾਨਸੂਨ ਪਾਉਣਾ ਜਿਹੜੀਆਂ ਉਹ ਪਹੁੰਚ ਚੁੱਕੀਆਂ ਹੁੰਦੀਆਂ ਨੇ ਮਾਲਾਬਾਰ ਤੱਟ ਦੇ ਵਿੱਚ। ਓਕੇ, ਇਹ ਕਰਨਾਟਕ ਤੋਂ ਕੇਰਲਾ ਤੱਕ ਦਾ ਜਿਹੜਾ ਖੇਤਰ ਹੈ ਇਹਦੇ ਵਿੱਚ ਸ਼ਾਮਲ ਹੈਗਾ ਗਾ। ਨੈਕਸਟ ਹੈ 71 ਨੰਬਰ, ਪੂਰਬੀ ਘਾਟ ਦੀ ਲੰਬਾਈ ਕਿੰਨੀ ਹੈ ਜੀ? 900 ਕਿਲੋਮੀਟਰ, 1020 ਕਿਲੋਮੀਟਰ, 1500 ਕਿਲੋਮੀਟਰ, ਜਾਂ ਫਿਰ 1015 ਕਿਲੋਮੀਟਰ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ, ਬਹੁਤ ਜ਼ਿਆਦਾ ਜਿਹੜੀਆਂ ਇੰਪੋਰਟੈਂਟ ਹੈਗੀਆਂ। ਓਕੇ, ਸੋ ਇਹਦੀ ਲੰਬਾਈ ਹੈਗੀ ਆ ਜੀ 1015। ਠੀਕ ਹੈ, ਵੈਸਟਰਨ ਘਾਟ ਕਿਹੜੀ ਹੈ, ਈਸਟਰਨ ਘਾਟ ਕਿਹੜੀ ਹੈ, ਆਹ ਵਾਲਾ ਖੇਤਰ ਜੀ। ਠੀਕ ਹੈ, ਇਹ ਵੈਸਟ ਬੰਗਾਲ ਤੋਂ ਲੈ ਕੇ ਆਉਂਦਾ ਹੈਗਾ ਜੀ ਕੇਰਲਾ ਤੱਕ ਦਾ ਖੇਤਰ। ਇਹ ਵੀ 3 ਪਾਰਟਾਂ 'ਚ ਹੀ ਵੰਡਿਆ ਹੋਇਆ, ਦੱਸ ਚੁੱਕਿਆ ਮੈਂ ਪਹਿਲਾਂ। ਠੀਕ ਹੈ, 1015 ਕਿਲੋਮੀਟਰ ਦਾ ਜਿਹੜਾ ਖੇਤਰ ਹੈ ਇਹਦੇ ਵਿੱਚ ਇਨਕਲੂਡ ਹੈਗਾ ਗਾ। ਸੋ ਕਾਫੀ ਇੰਪੋਰਟੈਂਟ ਹੈ ਇਹ ਵਾਲਾ ਖੇਤਰ। ਇਧਰਲੀ ਸਾਈਡ ਤੇ ਸਭ ਤੋਂ ਇੰਪੋਰਟੈਂਟ ਆਉਂਦਾ ਹੈ ਕੋਰੋਮੰਡਲ, ਜੋ ਅਕਸਰ ਤੁਸੀਂ ਕੁਐਸਚਨਸ ਦੇ ਵਿੱਚ ਪੜ੍ਹਿਆ ਹੋਊਗਾ ਪੇਪਰਾਂ ਦੇ ਵਿੱਚ। ਕੋਰੋਮੰਡਲ ਜਿਹੜਾ ਕਿ ਕੇਰਲਾ ਤੋਂ ਲੈ ਕੇ ਆਂਧਰਾ ਪ੍ਰਦੇਸ਼ ਤੱਕ ਦਾ ਖੇਤਰ ਹੈਗਾ ਗਾ। ਨੈਕਸਟ ਹੈ ਜੀ 72 ਨੰਬਰ, ਪੂਰਬੀ ਘਾਟ ਸਥਿਤ ਹੈ ਜੀ ਕੇਰਲਾ ਤੋਂ ਆਂਧਰਾ ਪ੍ਰਦੇਸ਼, ਕੇਰਲਾ ਤੋਂ ਪੱਛਮੀ ਬੰਗਾਲ ਤੋਂ ਅਸਾਮ ਤੱਕ, ਜਾਂ ਫਿਰ ਆਂਧਰਾ ਪ੍ਰਦੇਸ਼ ਤੋਂ ਪੱਛਮੀ ਬੰਗਾਲ। ਸੋ ਇਹ ਆਪਾਂ ਗੱਲ ਕਰ ਲੈਤੀ ਹੈ ਕਿ ਕੇਰਲਾ ਤੋਂ ਸ਼ੁਰੂ ਹੁੰਦਾ ਹੈ ਤੇ ਵੈਸਟ ਬੰਗਾਲ ਤੱਕ ਜਿਹੜਾ ਹੈ ਇਹ ਖੇਤਰ ਚੱਲਦਾ ਹੈਗਾ ਗਾ। ਓਕੇ, ਕੇਰਲਾ ਤੋਂ ਸ਼ੁਰੂ ਹੋ ਕੇ ਇਹ ਸਾਰਾ ਖੇਤਰ ਕਹਾਉਂਦਾ ਹੈ ਜੀ ਪੂਰਬੀ ਘਾਟ, ਜਿਹਨੂੰ ਅਸੀਂ ਈਸਟਰਨ ਘਾਟ ਵੀ ਕਹਿ ਦਿੰਦੇ ਹੈਗੇ, ਈਸਟਰਨ ਘਾਟ। ਓਕੇ, ਨੈਕਸਟ ਹੈ ਜੀ 73 ਨੰਬਰ, ਭਾਰਤ ਦੇ ਕਿੰਨੇ ਪ੍ਰਤੀਸ਼ਤ ਭਾਗ ਦੇ ਵਿੱਚ ਮੈਦਾਨ ਹੈਗੇ ਨੇ? 33%, 12%, 67% ਤੇ ਜਾਂ ਫਿਰ 43%। ਸੋ ਕਿੰਨੇ ਪਰਸੈਂਟ ਭਾਗ ਦੇ ਵਿੱਚ ਸਾਨੂੰ ਜਿਹੜੇ ਹੈ ਇੱਥੇ ਗੱਲ ਕੀਤੀ ਗਈ ਹੈ ਜੀ ਮੈਦਾਨਾਂ ਦੀ, ਪਲੇਨ ਏਰੀਆ ਜਿਹੜਾ ਹੈ ਉਹ ਕਿੰਨੇ ਪਰਸੈਂਟ ਖੇਤਰ ਦੇ ਵਿੱਚ ਹੈ? ਸੋ ਰਾਈਟ ਹੈ इसका आंसर जी 43%। ਭਾਰਤ ਦੇ ਜਿਹੜੀ ਪਲੇਨ ਏਰੀਆ ਬਣਦਾ ਹੈ, ਮੈਦਾਨੀ ਖੇਤਰ ਬਣਦਾ ਹੈ, ਇਹ 43% ਖੇਤਰ ਦੇ ਵਿੱਚ ਹੈ। ਠੀਕ ਹੈ, ਸੋ ਇੱਥੇ ਮਤਲਬ ਰਹਿਣ ਜੋ ਕਹਿ ਸਕਦੇ ਹੈਗੇ ਆ ਕਿ ਖੇਤਰ ਉਹ ਪਾਇਆ ਜਾਂਦਾ ਹੈਗਾ ਗਾ। ਓਕੇ, ਐਂਡ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਵੀ ਨੋਟ ਕਰ ਲਿਓ ਕਿ ਜਿਹੜੇ ਮਾਊਂਟੇਨ ਨੇਗੇ ਇਹ ਪਾਏ ਜਾਂਦੇ ਹੈਗੇ ਜੀ 29.3% ਖੇਤਰ ਦੇ ਵਿੱਚ, ਅਤੇ ਪਲੇਟੂ ਜਿਹੜੇ ਆ ਜਿਹਨੂੰ ਪਠਾਰ ਕਹਿ ਦਿੰਦੇ ਹੈਗੇ ਇਹ ਪਾਏ ਜਾਂਦੇ ਹੈਗੇ ਆ ਜੀ 27.7% ਭਾਗ ਦੇ ਵਿੱਚ। ਠੀਕ ਹੈ, ਇਹ ਸਾਰਾ ਡਾਟਾ ਯਾਦ ਰੱਖਣਾ, ਅਕਸਰ ਇਹ ਪੁੱਛਦੇ ਹੁੰਦੇ ਹੈਗੇ ਨੇ। ਓਕੇ, ਚਲੋ ਜੀ ਨੈਕਸਟ ਚੱਲਦੇ ਹਾਂ ਜੀ, ਭਾਰਤ ਦੇ ਕਿੰਨੇ ਪ੍ਰਤੀਸ਼ਤ ਭਾਗ ਤੇ ਪਰਬਤ ਨੇ ਜੀ? ਇਹ ਵੀ ਆਪਾਂ ਹੁਣੇ ਗੱਲ ਕਰ ਲਈ ਹੈ। 29.3% ਭਾਗ ਦੇ ਵਿੱਚ ਜਿਹੜੇ ਹੈ ਮਾਊਂਟੇਨ ਜਿਹੜੇ ਹੈ ਉਹ ਪਾਏ ਜਾਂਦੇ ਹੈਗੇ ਨੇਗੇ। ਨੈਕਸਟ ਚੱਲਦੇ ਹੈਗੇ ਜੀ 75 ਨੰਬਰ,
2001 ਦੀ ਜਨਗਣਨਾ ਦੇ ਨਾਲ ਸੰਬੰਧ ਨੇ। ਆਪਾਂ 2021 ਤੱਕ ਦਾ ਜਿਹੜਾ ਸਾਰਾ ਡਾਟਾ ਕਵਰ ਕਰਾਂਗੇ 2001 ਤੋਂ ਲੈ ਕੇ, ਠੀਕ ਹੈ। ਭਾਰਤ ਦੀ ਜਨਸੰਖਿਆ ਨੂੰ ਲੈ ਕੇ, ਸ਼ਹਿਰਾਂ ਨੂੰ ਲੈ ਕੇ ਹਰ ਇੱਕ ਚੀਜ਼ ਜਿਹੜੀ ਉਹਦੇ ਵਿੱਚ ਇਨਕਲੂਡ ਹੋਊਗੀ, ਤਾਂ ਕੋਈ ਚੀਜ਼ ਇਹਦੇ ਵਿੱਚ ਜਿਹੜੀ ਮਿਸ ਨਹੀਂ ਰਹਿਣੀ। ਓਕੇ, 2001 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੇ ਕਿਹੜੇ ਰਾਜ ਦੀ ਜਨਸੰਖਿਆ ਸਭ ਤੋਂ ਜ਼ਿਆਦਾ ਸੀਗੀ? ਸੋ ਮਿਜ਼ੋਰਮ ਦੀ, ਬਿਹਾਰ ਦੀ, ਮਹਾਰਾਸ਼ਟਰ ਦੀ ਜਾਂ ਉੱਤਰ ਪ੍ਰਦੇਸ਼ ਦੀ। 2001 ਦੇ ਵਿੱਚ ਅਸੀਂ ਗੱਲ ਕਰੀਏ ਤਾਂ ਜਿਹੜੀ ਪਾਪੂਲੇਸ਼ਨ ਸੀਗੀ 2001 ਦੇ ਅਕੋਰਡਿੰਗ ਉਹ 102 ਕਰੋੜ ਸੀਗੀ, ਅਤੇ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੀ ਪਾਪੂਲੇਸ਼ਨ ਸੀਗੀ ਇਹ ਉੱਤਰ ਪ੍ਰਦੇਸ਼ ਦੀ ਸੀਗੀ, ਅਤੇ ਉੱਤਰ ਪ੍ਰਦੇਸ਼ ਜਿਹੜਾ ਹੈ ਉਹ ਪਹਿਲੇ ਸਥਾਨ 'ਤੇ ਸੀਗਾ। ਇਹਦੇ ਵਿੱਚ ਭਾਰਤ ਦੀ 16.17% ਪਾਪੂਲੇਸ਼ਨ ਜਿਹੜੀ ਹੈ ਉਹ ਰਹਿੰਦੀ ਸੀਗੀ। ਓਕੇ, ਦੂਸਰੇ ਸਥਾਨ 'ਤੇ ਮਹਾਰਾਸ਼ਟਰ ਸੀਗਾ ਜੀ, ਸੋ ਇਹਦੇ ਵਿੱਚ 9.42% ਸੀਗੀ ਜੀ 2001 ਦੀ ਜਨਗਣਨਾ ਦੇ ਅਨੁਸਾਰ। ਓਕੇ, ਅਤੇ ਤੀਸਰੇ ਸਥਾਨ 'ਤੇ ਆਉਂਦਾ ਹੈਗਾ ਜੀ ਬਿਹਾਰ ਰਾਜ। ਸੋ ਬਿਹਾਰ ਰਾਜ ਜਿਹੜਾ ਹੈ ਇਹਦੇ ਵਿੱਚ 8.07% ਪਾਪੂਲੇਸ਼ਨ ਨਿਵਾਸ ਕਰਦੀ ਸੀਗੀ ਇੰਡੀਆ ਦੀ। ਨੈਕਸਟ ਹੈ ਜੀ 2001 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੇ ਕਿਹੜੇ ਰਾਜ ਦੀ ਜਨਸੰਖਿਆ ਸਭ ਤੋਂ ਘੱਟ ਸੀ ਜੀ? ਸਿੱਕਮ ਦੀ, ਅਰੁਣਾਚਲ ਪ੍ਰਦੇਸ਼ ਦੀ, ਮਿਜ਼ੋਰਮ ਦੀ ਜਾਂ ਫਿਰ ਪੰਜਾਬ ਦੀ। ਤਾਂ ਅਗਰ ਅਸੀਂ ਗੱਲ ਕਰੀਏ ਜਨਗਣਨਾ ਦੇ ਅਨੁਸਾਰ 2000 ਜਨਗਣਨਾ ਦੇ ਅਨੁਸਾਰ ਜਨਸੰਖਿਆ ਘੱਟ, ਤਾਂ ਇਹ ਹੈ ਜੀ ਮਿਜ਼ੋਰਮ ਰਾਜ। ਮਿਜ਼ੋਰਮ ਦੀ ਜਿਹੜੀ ਜਨਸੰਖਿਆ ਸੀ ਇਹ ਸਭ ਤੋਂ ਘੱਟ ਸੀਗੀ। ਓਕੇ, ਔਰ ਅਰੁਣਾਚਲ ਪ੍ਰਦੇਸ਼ ਜਿਹੜਾ ਤੁਸੀਂ ਯਾਦ ਰੱਖਣਾ ਹੈ ਕਿ ਇੱਥੋਂ ਦੀ ਜਿਹੜੀ ਡੈਂਸਿਟੀ ਸੀਗੀ ਇਹ ਸਭ ਤੋਂ ਘੱਟ ਸੀਗੀ 2001 ਦੇ ਵਿੱਚ। ਓਕੇ, ਡੈਂਸਿਟੀ ਘੱਟ ਸੀਗੀ, 17% ਸੀਗੇ ਸਕੁਆਇਰ ਕਿਲੋਮੀਟਰ ਦੇ ਵਿੱਚ ਰਹਿੰਦੇ ਇਸ ਖੇਤਰ ਦੇ ਵਿੱਚ। ਨੈਕਸਟ ਹੈ ਜੀ 70 ਨੰਬਰ 2001 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੀ ਜਨਸੰਖਿਆ ਦੀ ਘਣਤਾ ਕਿੰਨੀ ਸੀ ਜੀ? 830% ਸਕੁਆਇਰ ਕਿਲੋਮੀਟਰ, 170% ਸਕੁਆਇਰ ਕਿਲੋਮੀਟਰ, 382% ਸਕੁਆਇਰ ਕਿਲੋਮੀਟਰ, ਅਤੇ ਆਪਸ਼ਨ 4 ਹੈ ਜੀ 324% ਸਕੁਆਇਰ ਕਿਲੋਮੀਟਰ। 2001 ਦੀ ਜਨਗਣਨਾ ਦੇ ਅਨੁਸਾਰ ਜਿਹੜਾ ਕਹਿ ਦਿੰਦੇ ਆ ਜਨਸੰਖਿਆ ਡੈਂਸਿਟੀ ਦੇਖਣ ਨੂੰ ਮਿਲਦੀ ਹੈ ਇਹ 324% ਸਕੁਆਇਰ ਕਿਲੋਮੀਟਰ ਸੀਗੀ। ਠੀਕ ਹੈ, ਕਾਫੀ ਇੰਪੋਰਟੈਂਟ ਹੈ। ਇਹ 2001 ਦੇ ਵਿੱਚ ਸੀਗੀ ਜੀ 324%, 2011 ਦੇ ਵਿੱਚ ਇਹ ਹੋ ਚੁੱਕੀ ਸੀ ਜੀ 382, ਅਤੇ 2021 ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ 423% ਜਿਹੜੇ ਹੋ ਚੁੱਕੇ ਹੈਗੇ ਨੇ। ਠੀਕ ਹੈ, ਸੈਂਸਸ ਵੈਸੇ ਜਿਹੜੀ ਉਹ ਪ੍ਰੈਜ਼ੈਂਟ ਨਹੀਂ ਹੋਈ, ਬਟ ਗੂਗਲ ਦੇ ਉੱਪਰ ਜਿਹੜਾ ਇਹ ਡਾਟਾ ਅਪਡੇਟ ਕੀਤਾ ਹੋਇਆ ਕੁਛ। ਓਕੇ, ਤੇ ਇਸ ਲਈ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ। ਹੁਣ ਇੱਥੇ ਵੀ ਧਿਆਨ ਰੱਖਣਾ ਹੈ ਕਿ ਸਭ ਤੋਂ ਵੱਧ ਡੈਂਸਿਟੀ ਜਿਹੜੀ ਹੈ ਉਹ ਕਿਹੜੇ ਰਾਜ ਦੀ ਸੀਗੀ ਉਸ ਸਮੇਂ ਦੇ ਵਿੱਚ, ਯਾਨੀ ਕਿ 2001 ਦੇ ਵਿੱਚ। ਵੈਸਟ ਬੰਗਾਲ ਦੀ ਜਿਹੜੀ ਹੈ ਡੈਂਸਿਟੀ ਸਭ ਤੋਂ ਜ਼ਿਆਦਾ ਸੀਗੀ 2001 ਦੇ ਵਿੱਚ। ਓਕੇ, ਇੱਥੇ ਸੀਗੀ ਜੀ 903% ਸਕੁਆਇਰ ਕਿਲੋਮੀਟਰ ਦੇ ਵਿੱਚ, ਅਤੇ ਸਭ ਤੋਂ ਘੱਟ ਸੀਗੀ ਉਸ ਦੇ ਸਮੇਂ ਵਿੱਚ ਅਰੁਣਾਚਲ ਪ੍ਰਦੇਸ਼ ਦੇ ਵਿੱਚ। ਇਹ ਸਭ ਤੋਂ ਘੱਟ ਸੀਗੀ ਅਰੁਣਾਚਲ ਪ੍ਰਦੇਸ਼ ਦੇ ਵਿੱਚ, ਇੱਥੇ ਸੀਗੀ 17% ਸਕੁਆਇਰ ਕਿਲੋਮੀਟਰ ਦੇ ਵਿੱਚ। ਓਕੇ, ਇਹ ਡਾਟਾ ਵੀ ਤੁਸੀਂ ਨਾਲ ਨਾਲ ਨੋਟ ਕਰਦੇ ਜਾਓ, 2001 ਦਾ ਡਾਟਾ ਚੱਲ ਰਿਹਾ ਹੈ। ਨੈਕਸਟ ਹੈ 78 ਨੰਬਰ 2001 ਦੀ ਜਨਗਣਨਾ ਦੇ ਅਨੁਸਾਰ ਭਾਰਤ ਦਾ ਲਿੰਗ ਅਨੁਪਾਤ ਕਿੰਨਾ ਸੀ ਜੀ? ਜਿਹਨੂੰ ਸੈਕਸ ਰੇਸ਼ੋ ਕਿਹਾ ਜਾਂਦਾ ਹੈ 780, 900, 933 ਜਾਂ ਫਿਰ 890। ਲਿੰਗ ਅਨੁਪਾਤ ਦਾ ਮਤਲਬ ਹੈ ਕਿ ਭਾਰਤ ਦੇ ਵਿੱਚ ਪ੍ਰਤੀ 1000 ਮਰਦਾਂ ਦੇ ਪਿੱਛੇ ਔਰਤਾਂ ਦੀ ਸੰਖਿਆ ਕਿੰਨੀ ਹੈ। ਇੱਥੇ 2001 ਦੇ ਡਾਟੇ ਦੇ ਅਕੋਰਡਿੰਗ ਦੱਸਣਾ ਹੈ, ਤਾਂ 2001 ਦੇ ਡਾਟੇ ਦੇ ਅਕੋਰਡਿੰਗ 933 ਲੇਡੀਜ਼ ਜਿਹੜੀਆਂ ਫੀਮੇਲਸ ਸੀਗੀਆਂ ਜੀ ਪ੍ਰਤੀ 1000 ਮੇਲ ਦੇ। ਓਕੇ, ਪ੍ਰਤੀ 1000 ਮੇਲ ਦੇ 1000 ਮਰਦਾਂ ਦੇ ਪਿੱਛੇ 933 ਜਿਹੜੀਆਂ ਲੇਡੀਜ਼ ਨਿਵਾਸ ਕਰਦੀਆਂ ਸੀਗੀਆਂ। ਅਤੇ ਹੁਣ ਇਹ ਵੀ ਨੋਟ ਕਰ ਲਿਓ ਕਿ ਸਭ ਤੋਂ ਵੱਧ ਤੇ ਸਭ ਤੋਂ ਵੱਧ ਘੱਟ ਰਾਜ ਵਾਲਾ ਕਿਹੜਾ ਸੀਗਾ। ਠੀਕ ਹੈ, ਅਗਰ ਹਾਈਐਸਟ ਸਟੇਟ ਦੀ ਗੱਲ ਕਰੀਏ ਸਭ ਤੋਂ ਜ਼ਿਆਦਾ ਸੀਗੀ ਜੀ ਸੈਕਸ ਰੇਸ਼ੋ ਕੇਰਲਾ ਰਾਜ ਦੀ। ਓਕੇ, ਇਹ ਸਭ ਤੋਂ ਜ਼ਿਆਦਾ ਸੀ, ਅਤੇ ਇੱਥੇ 1058 ਜਿਹੜੀਆਂ ਫੀਮੇਲਸ ਸੀਗੀਆਂ। ਓਕੇ, ਅਤੇ ਸਭ ਤੋਂ ਲੋਐਸਟ ਸੀਗਾ ਜੀ, ਤੁਸੀਂ ਆ ਨੋਟ ਜ਼ਰੂਰ ਕਰ ਲਿਓ, ਹਾਈ ਐਂਡ ਲੋਐਸਟ। ਠੀਕ ਹੈ, ਕਈ ਵਾਰ ਮੈਂ ਕਈ ਚੀਜ਼ ਨਹੀਂ ਲਿਖੀ ਹੁੰਦੀ, ਵੈਸੇ ਬੋਲ ਦਿੰਦਾ। ਸਭ ਤੋਂ ਜਿਹੜਾ ਘੱਟ ਸੀਗਾ ਜੀ ਇਹ ਹਰਿਆਣਾ ਰਾਜ ਦੇ ਵਿੱਚ ਸੀਗਾ। ਓਕੇ, ਹਰਿਆਣਾ ਦੀ ਜਿਹੜੀ ਹੈ ਸੈਂਸਸ ਸੈਕਸ ਰੇਸ਼ੋ ਸਭ ਤੋਂ ਘੱਟ ਸੀਗੀ, ਇੱਥੇ ਸੀਗੀ ਜੀ 861 ਲੇਡੀਜ਼ ਪ੍ਰਤੀ 1000 ਦੇ ਪਿੱਛੇ, 1000 ਦੇ ਪਿੱਛੇ 861 ਜਿਹੜੀਆਂ ਲੇਡੀਜ਼ ਨਿਵਾਸ ਕਰਦੀਆਂ ਸੀਗੀਆਂ। ਨੈਕਸਟ ਹੈ ਜੀ 79 ਨੰਬਰ 2001 ਦੀ ਜਨਗਣਨਾ ਦੇ ਅਨੁਸਾਰ ਭਾਰਤੀ ਸਾਖਰਤਾ ਦਰ ਕਿੰਨੀ ਸੀ ਜੀ? 75.85, 65.78%, 54.16% ਜਾਂ ਫਿਰ 47.53%। 2001 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੀ ਜਿਹੜੀ ਜਨਸੰਖਿਆ ਸਾਖਰਤਾ ਸੀ, ਜਿਹੜੀ ਲਿਟਰੇਸੀ ਰੇਟ ਸੀਗੀ ਜੀ, ਲਿਟਰੇਸੀ ਰੇਟ ਇਸ ਸਮੇਂ 65.38% ਸੀਗੀ 2000 ਡਾਟੇ ਦੇ ਅਕੋਰਡਿੰਗ, 2001 ਦੇ ਡਾਟੇ ਦੇ ਅਕੋਰਡਿੰਗ। ਓਕੇ,
ਇਹਨਾਂ ਦੇ ਵਿੱਚੋਂ ਮੇਲ ਜਿਹੜੇ ਹੈ ਉਹ ਜ਼ਿਆਦਾ ਪੜ੍ਹੇ ਲਿਖੇ ਸੀਗੇ। ਉਸ ਸਮੇਂ ਇਹਨਾਂ ਦੀ ਜਿਹੜੀ ਲਿਟਰੇਸੀ ਰੇਟ ਸੀਗੀ ਉਹ 75.85% ਸੀਗੀ ਜੀ। ਅਤੇ ਫੀਮੇਲਸ ਸੀਗੀਆਂ ਜਿਹੜੀਆਂ ਜੀ, ਇਹਨਾਂ ਦੀ ਲਿਟਰੇਸੀ ਰੇਟ ਸੀਗੀ ਜੀ ਉਸ ਸਮੇਂ ਕਾफ़ੀ ਘੱਟ। ਸੋ ਉਸ ਸਮੇਂ ਸੀਗੀ ਜੀ 54.16%। ਅੱਜ ਤਾਂ ਇਹ ਗਰੋਥ ਹੋ ਚੁੱਕੀ ਹੈ ਥੋੜ੍ਹੀ ਜਿਹੀ, ਠੀਕ ਹੈ। ਇਹ ਮੇਲ ਤੇ ਫੀਮੇਲ ਹੈਗਾ ਗਾ। ਅਤੇ ਹਾਈਐਸਟ ਜਿਹੜਾ ਰਾਜ ਹੈ ਇਹ ਵੀ ਯਾਦ ਰੱਖਣਾ, ਵਰਤਮਾਨ ਸਮੇਂ ਤੱਕ ਵੀ ਇਹੀ ਰਾਜ ਚੱਲਦਾ ਆ ਰਿਹਾ ਹੈ। ਇਹਦਾ ਨਾਮ ਹੈ ਜੀ ਕੇਰਲਾ ਰਾਜ। ਕੇਰਲਾ ਦੇ ਵਿੱਚ 90.92% ਜਿਹੜੀ ਹੈ ਲਿਟਰੇਸੀ ਰੇਟ ਸੀਗੀ। ਅਤੇ ਲੋਐਸਟ ਦੇ ਵਿੱਚ ਹੈ ਜੀ ਬਿਹਾਰ ਰਾਜ। ਇਹ ਵਰਤਮਾਨ ਸਮੇਂ ਵੀ ਇਹ ਸੇਮ ਹੀ ਡਾਟਾ ਚੱਲ ਰਿਹਾ, ਬਟ ਇਹਨਾਂ ਦੇ ਵਿੱਚ ਪ੍ਰਤੀਸ਼ਤਤਾ ਦੇ ਵਿੱਚ ਵਾਧਾ ਹੋ ਗਿਆ। ਇੱਥੇ ਸੀਗੀ 47.53%। ਠੀਕ ਹੈ ਜੀ। ਨੈਕਸਟ ਚੱਲਦੇ ਹੈਗੇ ਆ ਜੀ 2001 ਦੀ ਜਨਗਣਨਾ ਦੇ ਅਨੁਸਾਰ ਭਾਰਤ ਦਾ ਜਿਹੜਾ ਦਹਾਕਾ ਵਿਕਾਸ ਹੈ ਇੱਥੇ ਬਈ, ਠੀਕ ਹੈ, ਕਿੰਨਾ ਹੈ, ਠੀਕ ਹੈ। ਮਤਲਬ ਕਿ ਡੈਕਡਲ ਗਰੋਥ ਦੀ ਗੱਲ ਕੀਤੀ ਗਈ ਹੈ। ਡੈਕਡਲ ਗਰੋਥ ਕਿੰਨੀ ਸੀਗੀ ਜੀ? ਡੈਕਡਲ ਗਰੋਥ ਦਾ ਮਤਲਬ 10 ਸਾਲਾਂ ਦੇ ਵਿੱਚ ਜਿਹੜਾ ਵਾਧਾ ਹੋਇਆ ਹੈ। 17.54 ਹੈ ਜੀ, 20.78 ਹੈ, 21.24 ਹੈ ਜਾਂ ਫਿਰ 17.90 ਹੈ। ਸੋ 2001 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੀ ਜਿਹੜੀ ਡੈਕਡਲ ਗਰੋਥ ਸੀਗੀ ਜੀ ਇਹ 21.24% ਸੀਗੀ। ਓਕੇ। ਵਰਤਮਾਨ ਸਮੇਂ ਜਿਹੜੀ 2011 ਦੇ ਡਾਟੇ ਦੇ ਅਕੋਰਡਿੰਗ ਬਣਦੀ ਹੈ ਜੀ, ਇੱਥੇ 17.24 ਦੇ ਕਰੀਬ ਹੈ। ਸੋ ਆਹ ਲਾਸਟ ਵਾਲਾ ਨਹੀਂ ਮੇਰੇ ਐਗਜ਼ੈਕਟ ਯਾਦ। ਸੋ 17 ਸਹੀ ਯਾਦ ਰੱਖਣਾ, ਠੀਕ ਹੈ। ਜਾਣੀ ਕਿ 17% ਜਿਹੜੀ ਹੈ ਗਰੋਥ ਹੋਈ ਸੀਗੀ ਜੀ, ਡੈਕਡਲ ਗਰੋਥ। ਇਹ ਯਾਦ ਰੱਖਣਾ, ਬਹੁਤ ਇੰਪੋਰਟੈਂਟ ਡਾਟਾ ਹੈ। ਓਕੇ ਜੀ। ਸੋ ਇਸੇ ਤਰੀਕੇ ਦੇ ਨਾਲ ਆਪਾਂ 2011 ਦੇ ਡਾਟੇ ਨੂੰ ਡਿਸਕਸ ਕਰਾਂਗੇ, ਫਿਰ 2021 ਦਾ ਜਿਹੜਾ ਡਾਟਾ ਆਇਆ ਹੈ ਉਹਨੂੰ ਵੀ ਨਾਲ ਡਿਸਕਸ ਕਰਾਂਗੇ, ਹਰ ਇੱਕ ਚੀਜ਼ ਦੇ ਵਿੱਚ ਇਨਕਲੂਡ ਕਰਾਂਗੇ। ਓਕੇ ਜੀ। ਸੋ ਇਹ ਸੀ ਅੱਜ ਦਾ ਸਾਡਾ ਸੈਸ਼ਨ, ਜਿਸ ਦੇ ਵਿੱਚ ਸਾਰੇ ਹੀ ਇੰਪੋਰਟੈਂਟ ਆਪਾਂ MCQ ਡਿਸਕਸ ਕੀਤੇ ਨੇ, ਨਾਲ ਉਸ 'ਤੇ ਹੋਰ ਵੀ ਕਈ ਪੁਆਇੰਟ ਆਪਾਂ ਡਿਸਕਸ ਕੀਤੇ ਨੇ। ਉਮੀਦ ਕਰਦਾ ਕਿ ਸੈਸ਼ਨ ਸਾਰਿਆਂ ਦੇ ਲਈ ਹੈਲਪ ਹੋ ਰਿਹਾ ਹੋਊਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।